ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਹੋਂਦ 'ਚ ਆਈ। ਨੋਟੀਫਿਕੇਸ਼ਨਾਂ ਤੋਂ ਬਾਅਦ ਮੈਂਬਰ ਬਣੇ, ਕਹਾਂ ਕੰਮ ਤੁਰਿਆ ਤੇ ਇੱਕ ਬਹੁਤ ਵੱਡਾ ਮੀਲ ਦਾ ਪੱਥਰ ਅੱਜ ਸਥਾਪਿਤ ਕੀਤਾ। ਮਹਾਰਾਜ ਦੀ ਅਪਾਰ ਕਿਰਪਾ ਹੋਈ ਆ। ਦਸਮ ਪਿਤਾ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੂਹ ਪ੍ਰਾਪਤ ਧਰਤੀ ਗੁਰਦੁਆਰਾ ਨਾਢਾ ਸਾਹਿਬ ਵਿਖੇ ਅੱਜ ਤੋਂ ਅਸੀਂ ਲਾਈਵ ਜਿਹੜਾ ਆ ਸੈਟਲਾਈਟ ਚੈਨਲ ਤੋਂ ਪ੍ਰਸਾਰਣ ਸ਼ੁਰੂ ਕੀਤਾ ਆ, ਜੋ ਕਿ ਵਰਲਡ ਪੰਜਾਬੀ ਟੀਵੀ ਤੇ ਸਵੇਰੇ 3:15 ਤੋਂ 8 ਵਜੇ ਤੱਕ ਲਾਈਵ ਚੱਲੂਗਾ। ਸੋ ਇਸ ਦਿਹਾੜੇ ਨੂੰ ਮੈਂ ਸਮਝਦਾ ਕਿ ਵੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅਕਸ਼ਰਾਂ ਵਿੱਚ ਲਿਖਿਆ ਜਾਵੇਗਾ। ਮਹਾਰਾਜ ਦੀ ਕਿਰਪਾ ਹੋਈ ਆ। ਦੇਸ਼ ਵਿਦੇਸ਼ 'ਚ ਵਸਦੀਆਂ ਸਿੱਖ ਸੰਗਤਾਂ ਨੂੰ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ 63 ਮੁਲਕਾਂ ਦੇ ਵਿੱਚ ਅੱਜ ਤੋਂ ਗੁਰਦੁਆਰਾ ਨਾਢਾ ਸਾਹਿਬ ਤੋਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਤੇ ਗੁਰਬਾਣੀ ਦਾ ਆਨੰਦ ਮੰਨਣ ਲਈ ਇਹ ਉਪਰਾਲਾ ਅੱਜ ਕੀਤਾ ਗਿਆ। ਤੇ ਇਸੇ ਕਰਕੇ ਆਪ ਜੀਆਂ ਸਾਰਿਆਂ ਨੂੰ ਸਾਦਾ ਦੇ ਕੇ ਤੇ ਆਪ ਜੀ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਸੋ ਕਿ ਜਿਹੜੇ ਪ੍ਰੈਸ ਦੇ ਸਾਡੇ ਵੀਰ ਭੈਣ ਆ, ਤੁਹਾਡੇ ਰਾਹੀਂ ਇਹ ਜਿਹੜੀ ਗੱਲ ਹੈ ਇਹ ਸਮੂਹ ਵਿਸ਼ਵ ਦੇ ਵਿੱਚ ਸਿੱਖ ਸੰਗਤਾਂ ਤੱਕ ਪਹੁੰਚੇ ਤੇ ਸੋਹਣੇ ਉਪਰਾਲੇ ਹੋਏ ਆ। ਨਿਸ਼ੁਲਕ ਪ੍ਰਸਾਰਣ ਹੈਗਾ ਜਾਂ ਬਿਲਕੁਲ ਜੀ, ਬਿਲਕੁਲ ਭੇਟਾ ਰਹਿਤ ਹੈ ਜੀ, ਸੇਵਾ ਹੈ ਜੀ। ਕਿੰਨੇ ਵਜੇ ਤੋਂ ਕਿੰਨੇ ਵਜੇ ਗੁਰਬਾਣੀ? 3:15 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਨਿਰਬਾਧ ਚੱਲੇਗਾ। ਵਿੱਚ ਕੋਈ ਵੀ ਕਮਰਸ਼ੀਅਲ ਐਡਵਰਟੀਜ਼ਮੈਂਟ, ਕਮਰਸ਼ੀਅਲ ਬ੍ਰੇਕ, ਕਿਸੇ ਕਿਸਮ ਦਾ ਕੋਈ ਵਪਾਰਿਕ ਕਾਰਜ ਜਿਹੜਾ ਆ ਇਹਦੇ ਦੌਰਾਨ ਨਹੀਂ ਹੋਏਗਾ। ਇਹ ਜਿਹੜਾ ਪ੍ਰਸਾਰਣ ਹੈ ਨਿਰਬਾਧ ਚੱਲੇਗਾ ਜੀ। ਹਾਂਜੀ, ਕਿਸੇ ਟਾਈਮ ਚੱਲੇਗਾ ਇਹ ਚੱਲਦਾ ਰਹੇਗਾ, ਮਹਾਰਾਜ ਦੀ ਕਿਰਪਾ ਦਾ ਚੱਲਦਾ ਰਹੇਗਾ। ਕੋਈ ਇਹਦੇ 'ਚ ਮੁਨਾਦ ਨਹੀਂ ਆਪਾਂ ਸੈੱਟ ਕੀਤੀ ਤੇ ਇਹ ਚੱਲਦਾ ਰਹੇਗਾ ਜੀ। ਜਿਸ ਤਰ੍ਹਾਂ ਸਵੇਰੇ ਸਵੇਰ ਦਾ ਹੀ ਹੈ ਜੀ ਸਮਾਂ, ਜਿਹੜਾ 3:15 ਤੋਂ ਸਵੇਰੇ 8 ਵਜੇ ਤੱਕ ਨਿਰਬਾਧ। ਹਾਂਜੀ, ये कमेटी बनने के बाद सबसे पहला फैसला लिया गया है फैसले तो उमंग कई सारे लिते आ, पर ये जोड़ा एक मील का पत्थर स्थापित होएगा, इसलिए आप जी सारे अज इकत्र करके थोड़े अगे गल रखी जा रही है। गुरुद्वारा श्री नाढ़ा साहिब से आप शुरू किया है, ये मानकर चले कि स्टेट में अन्य जगह भी जो है अपने गुरुद्वारा कमेटी के अंदर है जी, वहाँ भी इसका धीरे धीरे किया जा सकता है? नहीं, हरियाणा कमेटी के हेठ आने वाले 52 गुरु घरां चों सब तो पहला जिहड़ा कारज आपां नाढ़ा साहब तो प्रारंभ किया। अगली साडी कोशिश है कि भी असी गुरुद्वारा पंजोखरा साहब तो, फिर लाखन माजरा साहब तो, 6वीं पातशाही तो असी अरेंजमेंट करके कोशिश करांगे कि सैटेलाइट चैनलों ते या फास्टवे ते या होर जिहड़े प्लेटफार्म है उन्हां ते असी गुरबानी का प्रचार प्रसार करिए। ये सारियां चीज़ां जिहड़े उपराले जिहड़े असी कर रहे हैं, ये धर्म प्रचार की लहर ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹ ਪ੍ਰयास ਕਰ ਰਹੇ ਹਾਂ ਜੀ। ਮਾਨ ਸਾਹਿਬ, ਪਿੱਛੇ ਡਾਕ ਕਮੇਟੀ ਦੀ ਮੀਟਿੰਗ ਹੋਈ ਸੀ ਮੁੱਖ ਮੰਤਰੀ ਦੇ ਨਾਲ, ਕਾਫੀ ਸਾਰੇ ਜਿਹੜੇ ਨਵੇਂ ਐਡਸ ਵੀ ਕੀਤੇ ਗਏ ਜਿਹਦੇ ਵਿੱਚ ਲੈਂਗੁਏਜ ਹੋ ਰਹੀ ਸਮਾਨ ਸੀ, ਲੇਕਿਨ ਚੋਣਾਂ ਨੂੰ ਲੈ ਕੇ ਤਿਆਰੀ ਕੀ ਹੈ? ਚੋਣਾਂ ਨੂੰ ਲੈ ਕੇ ਦਰਅਸਲ ਕੀ ਹੈ ਕਿ ਸਾਡੇ ਕੋਲ ਇੱਕ ਕਮਿਸ਼ਨ ਹੈ, ਉਹਨੂੰ ਕਹਿੰਦੇ ਆ ਹਰਿਆਣਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ। ਉਹਦੇ ਜਿਹੜੇ ਚੇਅਰਮੈਨ ਨੇ ਉਹ ਜਸਟਿਸ HS ਭੱਲਾ ਨੇ, ਸਾਬਕਾ ਜੱਜ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ। ਉਹਨਾਂ ਦੀ ਜਿਹੜੀ ਰਹਿਨੁਮਾਈ ਆ ਉਹਦੇ ਵਿੱਚ ਇਹ ਚੋਣਾਂ ਦੀ ਜਿਹੜੀ ਤਿਆਰੀਆਂ ਚੱਲ ਰਹੀਆਂ ਨੇ। 1 ਸਤੰਬਰ 2023 ਤੋਂ ਵੋਟ ਬਣਨ ਦੀ ਪ੍ਰਕਿਰਿਆ ਸ਼ੁਰੂ ਹੈ, 30 ਸਤੰਬਰ ਤੱਕ ਇਹ ਚੱਲੇਗੀ ਤੇ ਉਸ ਤੋਂ ਬਾਅਦ ਫਿਰ ਵੋਟਰ ਲਿਸਟ ਤਿਆਰ ਹੋਣਗੀਆਂ। ਹਲਕੇਬੰਦੀ ਹੋ ਗਈ ਆ, ਸਾਡੇ ਕੋਲ 40 ਹਲਕੇ ਨੇ ਹਰਿਆਣੇ 'ਚ ਜਿਨ੍ਹਾਂ 'ਚ ਚੋਣਾਂ ਹੋਣੀਆਂ ਨੇ। ਤਿਆਰੀਆਂ ਪੁਰਜੋਰ ਚੱਲਦੀਆਂ। ਮਾਨ ਸਾਹਿਬ, ਗੁਰਬਾਣੀ ਨੂੰ ਲੈ ਕੇ ਤੁਸੀਂ ਅੱਜ ਇੱਕ ਵੱਡਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਜੇ ਅਸੀਂ ਕਹੀਏ ਬਹੁਤ ਸਾਰੀਆਂ ਧਾਂਦਲੀਆਂ ਦਾ ਜ਼ਿਕਰ ਚੱਲ ਰਿਹਾ ਹੈਗਾ, ਕਿ ਹੁਣ ਜਿਸ ਤਰੀਕੇ ਤੁਸੀਂ ਜ਼ਿੰਮੇਵਾਰੀ ਸਾਂਭੀ, ਤੁਸੀਂ ਕੋਸ਼ਿਸ਼ ਕਰੋਗੇ ਕਿ ਉਹ ਜਿਹੜੀ ਲੋਕਾਂ ਦੇ ਮਨਾਂ 'ਚ ਸ਼ੰਕੇ ਪੈਦਾ ਹੋਏ, ਖਾਸ ਕਰਕੇ ਸੰਗਤ ਦੇ ਮਨ 'ਚ, ਤਾਂ ਉਹਨਾਂ ਨੂੰ ਵੀ ਦੂਰ ਕੀਤਾ ਜਾਵੇ। ਆਪਣਾ ਪ੍ਰਯਾਸ ਇਹ ਰਹੂਗਾ ਕਿ ਜਿਹੜਾ ਪ੍ਰਸ਼ਾਸਨ ਹੈ, ਗੁਰੂ ਘਰਾਂ ਦੀ ਸੇਵਾ ਸੰਭਾਲ ਆ, ਇਸ ਸੁਚੱਜੇ ਢੰਗ ਨਾਲ ਚੱਲੇ, ਪਾਰਦਰਸ਼ਤਾ ਨਾਲ ਚੱਲੇ, ਟਰਾਂਸਪੇਰੈਂਸੀ ਹੋਵੇ, ਜਿਸ 'ਚ ਗੁਰੂ ਦੀਆਂ ਸੰਗਤਾਂ ਜਿਹੜੀਆਂ ਆਪਣੀ ਸੌਂਦ 'ਚੋਂ ਕੰਟਰੀਬਿਊਟ ਕਰਦੀਆਂ ਨੇ, ਗੁਰੂ ਅੱਗੇ ਨਤਮਸਤਕ ਹੁੰਦੀਆਂ ਨੇ, ਉਹਨਾਂ ਨੂੰ ਪੂਰਾ ਅਧਿਕਾਰ ਆ ਕਿ ਜਿਹੜਾ ਗੁਰੂ ਦਾ ਖਜ਼ਾਨਾ ਹੈ, ਜਿਹੜੀ ਗੁਰੂ ਦੀ ਗੋਲਕ ਆ, ਉਸ ਪੈਸੇ ਦੀ ਵਰਤੋਂ ਕਿਸ ਤਰੀਕੇ ਨਾਲ ਹੋ ਰਹੀ ਹੈ। ਸੋ ਮੈਂ ਸਮਝਦਾ ਕਿ ਇਹਦੇ 'ਚ ਅਗਰ ਸੰਗਤ ਦੇ ਮਨ 'ਚ ਕੋਈ ਸ਼ੰਕਾ ਹੈ, ਉਹ ਸ਼ੰਕਾ ਦੂਰ ਕਰਨ ਦਾ ਵੀ ਅਸੀਂ ਕੰਮ ਕਰਾਂਗੇ। ਸਾਹਿਬ ਦਬਦੂਵਾਲ ਨੇ ਬੜੇ ਸ਼ੰਕੇ ਪੈਦਾ ਕੀਤੇ, ਲੱਗਦਾ ਕਿ ਇਹ ਸ਼ੰਕੇ ਜਦੋਂ ਪੈਦਾ ਹੁੰਦੇ ਨੇ ਤਾਂ ਪਿੱਛੇ ਕੋਈ ਨਾ ਕੋਈ ਵਜ੍ਹਾ ਹੋਵੇ। ਗੱਲ ਇਹ ਜੀ ਕਿ
ਮੈਂ ਤੁਹਾਨੂੰ ਦੁਹਰਾ ਦਿੰਦਾ ਹੈ ਕਿ ਵੀ ਗੁਰੂ ਦੀਆਂ ਸੰਗਤਾਂ ਦੇ ਮਨ 'ਚ ਕੋਈ ਸ਼ੰਕਾ ਹੈ ਉਹ ਅਸੀਂ ਦੂਰ ਕਰਾਂਗੇ। ਕਿਸੇ ਕਿਸਮ ਦੀ ਕੋਈ ਸ਼ੰਕਾ ਅਸੀਂ ਦੂਰ ਕਰਾਂਗੇ। ਜੇ ਕੋਈ ਦੋਸ਼ੀ ਪਾਇਆ ਗਿਆ ਤੇ ਉੱਤੇ ਬਣਦੀ ਕਾਰਵਾਈ ਕਰਾਂਗੇ। ਜੇ ਕੋਈ ਨਿਰਦੋਸ਼ ਤੇ ਦੋਸ਼ ਲਾਇਆ ਜਾਏਗਾ ਉਹ ਵੀ ਅਸੀਂ ਸੰਗਤਾਂ ਦੇ ਵਿੱਚ ਗੱਲ ਖੁੱਲ੍ਹ ਕੇ ਦੱਸਾਂਗੇ ਕਿ ਭਾਈ ਇਹ ਗੱਲ 'ਚ ਦਮ ਸੀ ਜਾਂ ਨਹੀਂ ਸੀ, ਗੱਲ ਸੱਚੀ ਸੀ ਕਿ ਝੂਠੀ ਸੀ। ਤੁਹਾਡੇ ਤੱਕ ਪੂਰਾ ਮਾਮਲਾ ਪਹੁੰਚਿਆ ਸੀ ਕਮੇਟੀ ਕੋਲ ਕਿ ਦੋਨੋਂ ਵੱਲੋਂ ਰਿਜ਼ਾਈਨ ਵੀ ਦੇ ਦਿੱਤਾ ਗਿਆ। ਤਮੀਜ਼ਾ ਸਾਹਿਬ ਨੇ ਤਾਂ ਇਹ ਵੀ ਕਿਹਾ ਤਾਂ ਕਿ ਮੈਨੂੰ ਵਿਸ਼ਵਾਸ ਹੈ ਕਮੇਟੀ ਜੋ ਵੀ ਫੈਸਲਾ ਲਊਗੀ ਜਿਸ ਤਰੀਕੇ ਨਾਲ ਵੀ ਹੋਵੇਗਾ ਉਹ ਮਨਜ਼ੂਰ ਹੈਗਾ। ਕੁਝ ਮਸਲੇ ਖਾਲਸਾ ਜੀ, ਕੁਝ ਮਸਲੇ ਇਹ ਜਿਹੇ ਹੈ ਜਿਹੜੇ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਵਿਚਾਰ ਅਧੀਨ ਨੇ, ਉਹਨਾਂ ਤੇ ਮੈਂ ਟਿੱਪਣੀ ਕਰਨੀ ਉਚਿਤ ਨਹੀਂ ਸਮਝਦਾ। ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਗੁਰਸਿੱਖ ਹੈ ਅਸੀਂ, ਤੇ ਉਹ ਸਿੱਖਾਂ ਦੀ ਸਰਮੌਰ ਸੰਸਥਾ, ਉਸ ਤੇ ਅੱਜ ਟਿੱਪਣੀ ਕਰਨਾ ਬਹੁਤ ਗਲਤ ਹੈ। ਇੱਕ ਵਾਰੀ ਉਹਨਾਂ ਦੀ ਫਾਈਂਡਿੰਗ ਆ ਜਾਏ ਉਸ ਤੋਂ ਬਾਅਦ ਇਸ ਬਾਰੇ ਚਰਚਾ ਖੁੱਲ੍ਹ ਕੇ ਕਰ ਲਾਂਗੇ। ਇੱਕ ਬੜਾ ਸਰੂਪਾਂ ਦਾ ਜ਼ਿਕਰ ਕੀਤਾ ਜਾ ਰਿਹਾ ਸੀ। ਮੈਂ ਤੁਹਾਨੂੰ ਉਹੀ ਦੱਸਿਆ ਜੀ, ਉਹਦਾ ਹਿੱਸਾ ਹੈ ਜੀ, ਉਸ ਜਾਂਚ ਦਾ ਹਿੱਸਾ ਜੀ। ਇੱਕ ਬੜਾ ਵੱਡਾ ਸਵਾਲ ਹੈ ਕਿ ਇੱਕਦਮ ਪ੍ਰਧਾਨ ਨੂੰ ਜਾਂ ਜਿਹੜੇ ਆਗੂ ਨੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ, ਤਾਂ ਕਹਿੰਦੇ ਕਿ ਸਰਕਾਰੀ ਪ੍ਰਭਾਵ ਬੜੇ ਵੱਡੇ ਪੱਧਰ ਤੇ ਲੱਗਦਾ ਹੈਗਾ। ਜਦੋਂ ਇਦਾਂ ਦੇ ਸ਼ੰਕੇ ਪੈਦਾ ਹੋ ਜਾਂਦੇ ਨੇ ਤਾਂ ਲੱਗਦਾ ਕਿ ਪ੍ਰਭੂ ਸੱਤਾ ਜਿਹੜੀ ਹੈਗੀ ਆ ਉਹਦੇ ਇਹਦਾ ਬਿਹਤਰ ਖਾਲਸਾ ਜੀ, ਇਹਦਾ ਬਿਹਤਰ ਜਵਾਬ ਜਿਹੜੇ ਜਿਨ੍ਹਾਂ ਨੇ ਰਿਜ਼ਾਈਨ ਦਿੱਤਾ ਉਹ ਦੇ ਸਕਦੇ ਨੇ। ਉਸ ਤੇ ਟਿੱਪਣੀ ਕਰਨਾ ਮੇਰਾ ਉਚਿਤ ਨਹੀਂ ਹੈ। ਅੱਜ ਇੱਕ ਖੁਸ਼ੀ ਦਾ ਮੌਕਾ, ਅੱਜ ਇੱਕ ਇਹੋ ਜਿਹਾ ਮੀਲ ਦਾ ਪੱਥਰ ਹੈ ਸਿੱਖ ਕੌਮ ਦੇ ਇਤਿਹਾਸ 'ਚ, ਖਾਸ ਤੌਰ ਤੇ ਹਰਿਆਣੇ 'ਚ ਵਸਦੇ ਸਿੱਖਾਂ ਲਈ, ਜਿਨ੍ਹਾਂ ਇੱਕ ਲੰਬੀ ਜੰਗ ਤੋਂ ਬਾਅਦ, ਇੱਕ 22 ਸਾਲ ਸੰਘਰਸ਼ ਤੋਂ ਬਾਅਦ ਗੁਰੂ ਘਰਾਂ ਦੀ ਜਿਹੜੀ ਸੇਵਾ ਮਿਲੀ ਆ, ਉਹਦੇ 'ਚ ਅਸੀਂ ਇੱਕ ਚੰਗਾ ਉਪਰਾਲਾ ਕੀਤਾ ਆ। ਤੇ ਮੇਰੀ ਆਪ ਜੀਆਂ ਨੂੰ ਬੇਨਤੀ ਹੈ ਕਿ ਵੀ ਜਿਹੜਾ ਚੰਗਾ ਉਪਰਾਲਾ ਹੈ ਉਹਨੂੰ ਵੀ ਉਸੇ ਤਰੀਕੇ ਨਾਲ ਤੁਸੀਂ ਪੁਰਜ਼ੋਰ ਤਰੀਕੇ ਨਾਲ ਕਵਰ ਕਰੋ, ਜਿਸ ਤਰ੍ਹਾਂ ਪਹਿਲੋਂ ਜਿਹੜੇ ਇਨਸੀਡੈਂਟ ਤੁਸੀਂ ਹੁਣ ਮੈਨੂੰ ਦੱਸਦੇ ਆ ਕਵਰ ਕੀਤੇ ਗਏ ਆ। ਪ੍ਰਧਾਨ ਸਾਹਿਬ, ਇੱਕ ਬੜੀ ਅਹਿਮ ਚੀਜ਼ ਹੈ, ਜਿਵੇਂ ਅਸੀਂ ਗੱਲ ਕਰੀ, ਤੁਸੀਂ ਇੱਥੋਂ ਆਪਣੇ ਵੱਲੋਂ ਐਫਰਟ ਸ਼ੁਰੂ ਕਰ ਦਿੱਤਾ, ਇਹੀ ਗੱਲ ਪੰਜਾਬ ਵਾਲੇ ਪਾਸੇ ਚੱਲਦੀ ਹੈ ਤੇ ਲੱਗਦਾ ਕਿ ਉੱਧਰਲੇ ਪਾਸੇ ਵੀ ਗੁਰਬਾਣੀ ਦਾ ਪ੍ਰਸਾਰ ਇਸੇ ਤਰੀਕੇ ਨਾਲ ਸ਼ੁਰੂ ਹੋ ਜਾਣਾ ਚਾਹੀਦਾ, ਕਿਉਂਕਿ ਬੜੇ ਸ਼ੰਕੇ ਨੇ, ਇੱਕ ਚੈਨਲ ਨੂੰ ਲੈ ਕੇ ਬੜੇ ਸਵਾਲ ਉੱਠ ਰਹੇ। ਹਰਿਆਣੇ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹੇਠ ਆਉਂਦੇ ਜਿਹੜੇ ਗੁਰੂ ਘਰ ਹੈ ਪ੍ਰਬੰਧ ਜਿਨ੍ਹਾਂ ਦੇ ਕੋਲ ਹੈਗੇ ਆ, ਉਹਨਾਂ 'ਚ ਜਿਹੜੇ ਉਪਰਾਲੇ ਅਸੀਂ ਕਰ ਸਕਦੇ ਆਪਣੇ ਵੱਲੋਂ ਕਰ ਰਹੇ ਆ। ਇਸੇ ਤਰੀਕੇ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਉਹਨਾਂ ਦੇ ਪ੍ਰਬੰਧ ਹੇਠ ਆਉਂਦੇ ਗੁਰੂ ਘਰਾਂ ਦੇ ਵਿੱਚ ਵੀ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਕਈ ਫੈਸਲੇ ਕੀਤੇ ਆ। ਇਸੇ ਤਰੀਕੇ ਨਾਲ ਪਟਨਾ ਕਮੇਟੀ ਆ, ਨਾਂਦੇੜ ਸਾਹਿਬ ਕਮੇਟੀ ਆ, ਉਹ ਆਪ ਦੇ ਫੈਸਲੇ ਕਰਦੇ ਆ। ਉਹ ਇੰਡੀਪੈਂਡੈਂਟ ਬਾਡੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਕਿਸ ਤਰੀਕੇ ਦੇ ਫੈਸਲੇ ਲੈਂਦੀਆਂ ਨੇ, ਉਹ ਉਹਨਾਂ ਦੇ ਉੱਪਰ, ਉਹਨਾਂ ਦਾ ਪ੍ਰੋਰਗੇਟਿਵ ਹੈ, ਉਹਦੇ ਤੇ ਟਿੱਪਣੀ ਕਰਨਾ ਸਾਡਾ ਉਚਿਤ ਨਹੀਂ ਹੈ। ਕਿਉਂਕਿ ਸਵਾਲ ਇਹੀ ਉੱਠਿਆ ਸੀਗਾ ਕਿ ਇੱਕ ਚੈਨਲ ਨੂੰ ਰਾਈਟ ਕਿਉਂ ਦੇਣਾ। ਇੱਕ ਕਲੈਰਿਟੀ ਦੇ ਦਿਓ ਖਾਲਸਾ ਜੀ, ਮੈਂ ਤੁਹਾਨੂੰ ਵਾਜ਼ਿਹ ਕਰ ਦੇਣਾ ਚਾਹੁੰਦਾ ਆ ਕਿ ਆਪਾਂ ਕਿਸੇ ਚੈਨਲ ਨੂੰ ਕੋਈ ਐਕਸਕਲੂਸਿਵ ਰਾਈਟ ਨਹੀਂ ਦਿੱਤਾ। ਇਹ ਰਾਈਟਸ, ਆਲ ਰਾਈਟਸ ਆਰ ਰਿਜ਼ਰਵਡ ਵਿਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ। ਅਸੀਂ ਇਹਨਾਂ ਦੇ ਵਿੱਚ ਮਰਿਆਦਾ ਉਹਨਾਂ ਨੂੰ ਦੱਸਦੀ ਹੈ ਕਿ ਵੀ ਕਿਸ ਤਰੀਕੇ ਦੇ ਜਿਹੜੇ ਤੁਹਾਡੇ ਕੋਈ ਇੱਥੇ ਕਰਿੰਦੇ ਨੇ, ਉਹਨਾਂ ਦੀ ਡਰੈਸ ਕੋਡ ਕੀ ਹੋਏਗੀ ਤੇ ਉਹ ਕਿਸ ਮਰਿਆਦਾ 'ਚ ਰਹਿਣਗੇ। ਦੂਜਾ, ਜਿਹੜਾ ਵੀ ਕੋਈ ਅਪਲਿੰਕ ਹੈ ਉਹ ਫ੍ਰੀ ਫॉर ਆਲ ਹੈ। ਜੇ ਤੁਸੀਂ ਚਾਹੁੰਦੇ ਹੋ ਤੁਸੀਂ ਆ ਜਾਓ, ਇੱਕ ਐਪਲੀਕੇਸ਼ਨ ਦੇ ਦਿਓ, ਮਰਿਆਦਾ ਦੀ ਅੰਡਰਟੇਕਿੰਗ ਦੇ ਦਿਓ, ਤੁਸੀਂ ਆਪਣੇ ਚੈਨਲ ਤੇ ਲਾਈਵ ਚਲਾ ਲਓ। ਕੋਈ YouTube ਚੈਨਲ ਹੈ, Facebook ਚੈਨਲ ਹੈ, ਬਿਲਕੁਲ ਫ੍ਰੀ ਹੈ ਜੀ। ਕਿਸੇ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਕਿਸੇ ਕਿਸਮ ਦੀ। ਸਾਡਾ ਕੋਈ ਐਕਸਕਲੂਸਿਵ ਰਾਈਟ ਨਹੀਂ ਹੈ, ਨਾ ਮੈਂ ਕਿਸੇ ਕਮੇਟੀ ਦਾ ਨਾਂ ਲੈਂਦਾ, ਨਾ ਮੈਂ ਕਿਸੇ ਚੈਨਲ ਦਾ ਨਾਂ ਲੈਂਦਾ। ਅੱਜ ਅਸੀਂ ਹਰਿਆਣਾ ਕਮੇਟੀ ਦੀ ਗੱਲ ਕਰਨ ਲਈ ਬੈਠੇ ਆ। ਤੁਹਾਡੇ ਮਨ 'ਚ, ਤੁਹਾਡੇ ਰਾਹੀਂ ਕਿਸੇ ਸੰਗਤ ਦੇ ਮਨ 'ਚ ਸ਼ੰਕਾ ਦਾ ਬਹੁਤ ਸੋਹਣਾ ਤੁਸੀਂ ਸਵਾਲ ਪੁੱਛਿਆ। ਅਸੀਂ ਕਿਸੇ ਨੂੰ ਐਕਸਕਲੂਸਿਵ ਰਾਈਟ ਨਹੀਂ ਦਿੱਤਾ। ਐਕਸਕਲੂਸਿਵ ਰਾਈਟ ਸਿਰਫ ਹਰਿਆਣਾ ਸਿੱਖ ਗੁਰਦੁਆਰਾ मैनेजमेंट कमेटी ਦੇ ਕੋਲ ਆ। साहब, अगर कोई प्राइवेट चैनल लगाना, चैनल पे आपके जो राइट चलाता है वो कमर्शियल अगर एक्टिविटी करता है, ਉਹ ਮਰਿਆਦਾ ਦੇ ਵਿੱਚ ਤੁਹਾਨੂੰ ਮੈਂ ਹੁਣੀ ਕਹਿ ਕੇ ਹਟਿਆ ਖਾਲਸਾ ਜੀ ਦਾ ਜਵਾਬ ਦਿੰਦੇ ਆ ਕਿ ਜਿਹੜਾ ਵੀ ਕੋਈ ਤੁਸੀਂ ਚੈਨਲ ਚਲਾਉਣਾ ਚਾਹੁੰਦਾ ਆ ਉਹਨੂੰ ਮਰਿਆਦਾ ਦੀ ਅੰਡਰਟੇਕਿੰਗ ਦੇਣੀ ਪੈਣੀ ਹੈ। ਤੁਸੀਂ ਮਰਿਆਦਾ ਦੀ ਅੰਡਰਟੇਕਿੰਗ ਦਿਓ, ਤੁਸੀਂ ਆਪਣੇ ਚੈਨਲ ਤੇ ਚਲਾਓ। ਮੈਂ ਤੁਹਾਡੇ ਚੈਨਲ ਦਾ ਨਾਮ ਨਹੀਂ ਲੈਂਦਾ, ਮੈਨੂੰ ਚੈਨਲ ਦਾ ਨਾਮ ਪਤਾ ਆ, ਪਰ ਤੁਸੀਂ ਆਪਣੇ ਚੈਨਲ ਤੇ ਚਲਾਉਣਾ ਚਾਹੁੰਦੇ ਹੋ ਤੁਸੀਂ ਚਲਾ ਸਕਦੇ ਆ, ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਪਰ ਦੋ ਕੰਡੀਸ਼ਨਾਂ, ਇੱਕ ਤੁਸੀਂ ਜਿਹੜੀ ਮਰਿਆਦਾ ਆ ਉਹਦੀ ਅੰਡਰਟੇਕਿੰਗ ਦੇਣੀ ਹੈ ਤੇ ਦੂਜਾ ਭੇਟਾ ਰਹਿਤ ਰਹੂਗੀ ਜੀ। ਮਰਿਆਦਾ ਦੇ ਵਿੱਚ ਐਡਵਰਟੀਜ਼ਮੈਂਟ ਆ ਗਈ, ਡਰੈਸ ਕੋਡ ਆ ਗਈ, ਸਾਰੀਆਂ ਗੱਲਾਂ ਮਰਿਆਦਾ ਦੇ ਵਿੱਚ ਆ ਗਈਆਂ ਜੀ। एक और बात पूछना चाह रही थी, जैसे हाँ जी। मुख्यमंत्री मनोहर लाल जी के साथ आपकी बातचीत भी हुई थी, जो चुनाव करने हैं उसको लेकर, वोटर लिस्ट जो होगी रजिस्टर करेंगे, वो तमाम प्रक्रिया को लेकर उनकी किस तरह की सहमति है, क्या फैसले लिए गए हैं जो आप साझा कर सकते हैं पब्लिक डोमेन में? ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਕਈ ਮੁਲਾਕਾਤਾਂ ਹੋਈਆਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ, ਤੇ ਆ ਜਿਹੜੀ ਹੁਣ ਪਿਛਲੀ ਮੀਟਿੰਗ ਹੋਈ ਸੀ ਉਹਦੇ 'ਚ 2-3 ਵਿਸ਼ਾ ਸੀਗੇ ਜਿਹੜੇ ਅਸੀਂ ਉਹਨਾਂ ਦੇ ਨਾਲ ਸਾਂਝੇ ਕੀਤੇ ਸੀਗੇ। ਪਹਿਲਾ ਇਹ ਸੀਗਾ ਕਿ ਜਿਹੜਾ ਫਾਰਮ ਹੈ ਵੋਟਰ ਲਿਸਟ ਦਾ ਉਹ ਹਿੰਦੀ 'ਚ ਅਸੀਂ ਚਾਹੁੰਦੇ ਸੀ ਵੀ ਗੁਰਮੁਖੀ 'ਚ ਹੋਵੇ। ਕੁਛ ਉਹਦੇ 'ਚ ਕੰਡੀਸ਼ਨਾਂ ਦੇ ਵਿੱਚ
ਇਹ ਜਿਹਾ ਸ਼ਬਦ ਸੀਗਾ, ਉਹ ਸ਼ਬਦ ਸੀ ਹਜਾਮਤ, ਤੇ ਅਸੀਂ ਕਿਹਾ ਕਿ ਵੀ ਹਜਾਮਤ ਦੀ ਜਗ੍ਹਾ ਉਹਨੂੰ ਸ਼ਬਦ ਪਤਿਤ 'ਚ ਪਰਿਵਰਤਿਤ ਕੀਤਾ ਜਾਵੇ, ਉਹਨੂੰ ਚੇਂਜ ਕੀਤਾ ਜਾਵੇ, ਕਿਉਂਕਿ ਗੁਰਮਰਿਆਦਾ ਦੇ ਵਿੱਚ ਜਿਹੜਾ ਸ਼ਬਦ ਹਜਾਮਤ ਆਉਂਦਾ ਨਹੀਂ ਹੈ, ਪਤਿਤ ਸ਼ਬਦ ਜਿਹੜਾ ਹੈ ਆਉਂਦਾ ਆ ਕਿ ਪਤਿਤ ਨਹੀਂ ਹੋਣਾ ਚਾਹੀਦਾ। ਨਾ ਵੋਟਰ ਜਿਹੜਾ ਆ ਪੂਰਨ ਗੁਰਸਿੱਖ ਹੋਣੇ ਚਾਹੀਦੇ ਆ, ਅੰਮ੍ਰਿਤਧਾਰੀ ਗੁਰਸਿੱਖ ਹੀ ਇਲੈਕਸ਼ਨ ਲੜ ਸਕਦੇ ਆ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਐਕਟ ਦਾ ਹਿੱਸਾ ਨੇ, ਤੇ ਇੱਕ ਡੰਮੀ ਫਾਰਮ ਜਿਹੜਾ ਆ ਕਿ ਸਹੂਲਤ ਹੋ ਜੇ ਵੋਟਰਾਂ ਲਈ ਵੀ ਕਿਸ ਤਰੀਕੇ ਨਾਲ ਫਾਰਮ ਭਰਨਾ ਹੈ, ਕਿੱਥੇ ਫੋਟੋ ਲਾਉਣੀ ਆ ਤੇ ਕਿੱਥੇ ਕਿਵੇਂ ਫਾਰਮ ਭਰਨਾ, ਡਿਪੋਜ਼ਿਟ ਕਰਨਾ ਹੈ। ਦੂਜਾ ਫਿਰ ਗੁਰਮੁਖੀ ਦੇ ਵਿੱਚ ਫਾਰਮ ਉਸੇ ਦਿਨ ਸੀਐਮ ਸਾਹਿਬ ਨੇ ਹੁਕਮ ਕਰਤੇ ਸੀਗੇ ਆਪਣੇ ਥੱਲੇ ਜਿਹੜੇ ਉਹਨਾਂ ਦੇ ਅਫਸਰ ਹੈ ਕਿ ਭਾਈ ਤੁਸੀਂ ਇਹ ਫਾਰਮ ਗੁਰਮੁਖੀ 'ਚ ਛਪਵਾ ਕੇ ਤਾਂ ਛੇਤੀ ਤੋਂ ਛੇਤੀ ਪਹੁੰਚਾਉਣ ਦਾ ਕੰਮ ਕਰੋ। ਫਿਰ ਅਗਲਾ ਹੋਇਆ ਜੀ ਕਿ ਵੀ ਹਰਿਆਣੇ ਦੇ ਵਿੱਚੋਂ ਕਿ ਗੁਰਮੁਖੀ ਦੇ ਜਾਣੂ ਸਰਕਾਰੀ ਅਹੁਦੇਦਾਰ ਘੱਟ ਨੇ, ਸੋ ਪੰਜਾਬੀ ਦੇ ਟੀਚਰ, ਲੈਕਚਰਰ, ਪ੍ਰੋਫੈਸਰ ਜਿੰਨੇ ਵੀ ਸਾਡੇ ਕੋਲ ਪੰਜਾਬੀ ਜਾਣੂ ਅਧਿਕਾਰੀ ਨੇ ਸਰਕਾਰੀ, ਉਹਨਾਂ ਦੀਆਂ ਡਿਊਟੀਆਂ ਅਸੀਂ ਡੀਸੀ ਦੇ ਨਾਲ ਅਟੈਚ ਕਰਾਈਆਂ ਨੇ, ਸੋ ਕਿ ਵੋਟਰ ਲਿਸਟ ਤਿਆਰ ਕਰਨ ਦੇ ਵਿੱਚ, ਵੋਟਰ ਫਾਰਮ ਭਰਨ ਦੇ ਵਿੱਚ ਜਾਂ ਗਾਹਾਂ ਜਦੋਂ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਉਸ ਵੇਲੇ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਜਿਹੜੇ ਨੋਡਲ ਅਫਸਰ ਹੈ ਉਹਨਾਂ ਨੂੰ ਵੀ ਨਾਲ ਕਿਹਾ ਕਿ ਵੀ ਤੁਸੀਂ ਪੰਜਾਬੀ ਦੇ ਜਾਣੂ ਲਾਉਣੇ ਆ। ਹੋਰ ਵੱਡੇ ਕਦਮ ਕੀ ਹੋਣਗੇ ਜੀ ਹਰਿਆਣਾ ਕਮੇਟੀ ਇਸ ਤੋਂ ਬਾਅਦ? ਕਈ ਹੈਗੇ ਨੇ ਖਾਲਸਾ ਜੀ, ਪਰ ਸਾਡਾ ਇੱਕ ਮਨ 'ਚ ਧਾਰਿਆ ਹੋਇਆ ਕਿ ਵੀ ਜਿਹੜਾ ਕੰਮ ਅਸੀਂ ਕਰ ਲਾਂਗੇ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਸੱਦ ਕੇ ਦੁਬਾਰਾ, ਕਈ ਹੈਗੇ ਸਾਡੇ ਕੋਲ ਕੰਮ ਕਰਨ ਵਾਲੇ ਜਿਹੜੇ ਪੈਂਡਿੰਗ ਨੇ, ਜਿਹਦੇ 'ਚ ਕੁਝ ਸਾਡੇ ਵਿਦਿਅਕ ਅਦਾਰੇ ਨੇ, ਕੁਝ ਸਾਡੇ ਕੋਲ ਗੁਰਮਤਿ ਕਾਲਜ ਹੈ, ਕੁਝ ਸਾਡੇ ਕੋਲ ਕੀਰਤਨ ਨੂੰ ਲੈ ਕੇ ਆ, ਕੁਝ ਅਸੀਂ ਪਿੱਛੇ ਅਨਾਉਂਸਮੈਂਟਾਂ ਕੀਤੀਆਂ ਸੀਗੀਆਂ ਕਿ ਅਸੀਂ ਜਿਹੜੇ IAS IPS ਦੀ ਕੋਚਿੰਗ ਹੈ, ਨੀਟ JEE ਦੀ ਕੋਚਿੰਗ ਹੈ, ਐਂਟਰੈਂਸ ਐਗਜ਼ਾਮਾਂ ਦੀ ਕੋਚਿੰਗ ਹੈ ਬੱਚਿਆਂ ਨੂੰ ਦੇਣੀ ਹੈ, NDA ਦੀ ਕੋਚਿੰਗ ਦੇਣੀ ਹੈ। ਉਹ ਸਾਰੇ ਕੰਮ ਜਦੋਂ ਅਸੀਂ ਕਰੀ ਜਾਵਾਂਗੇ ਫਿਰ ਤੁਹਾਨੂੰ ਅਸੀਂ ਸੱਦਾ ਪੱਤਰ ਦੇ ਕੇ ਇਸ ਤਰ੍ਹਾਂ ਸੱਦ ਲਾਂਗੇ, ਤੁਹਾਡੇ ਵਿੱਚ ਸਾਂਝੀ ਕਰ ਦਾਂਗੇ। ਅੱਜ ਜਿਵੇਂ ਅਸੀਂ ਲਾਈਵ ਕੀਤਾ ਆ, ਲਾਈਵ ਕਰਨ ਤੋਂ ਬਾਅਦ ਅਸੀਂ ਆਪ ਜੀ ਨੂੰ ਸੱਦ ਕੇ ਦੱਸਿਆ, ਆਪ ਜੀ ਨੂੰ ਜਾਣਕਾਰੀ ਦੇ ਰਹੇ ਕਿ ਵੀ ਅੱਜ ਤੋਂ ਲਾਈਵ ਸ਼ੁਰੂ ਹੋ ਗਿਆ। ਇਸੇ ਤਰੀਕੇ ਨਾਲ ਜਿਹੜੇ ਅਗਲੇ ਉਪਰਾਲੇ ਅਸੀਂ ਕਰਾਂਗੇ, ਜਿਸ ਦਿਨ ਉਹ ਸਿੱਧ ਹੋ ਜਾਣਗੇ ਅਸੀਂ ਉਹਨਾਂ ਨੂੰ ਸਿਰੇ ਲਾ ਲਾਂਗੇ, ਜਦੋਂ ਤਿਆਰ ਹੋ ਜਾਣਗੇ ਅਸੀਂ ਤੁਹਾਨੂੰ ਫਿਰ ਸੱਦਾ ਪੱਤਰ ਦੇ ਕੇ ਤੁਹਾਡੇ ਨਾਲ ਪਿਆਲੀ ਪਿਆਲੀ ਚਾਹ ਦੀ ਸਾਂਝੀ ਕਰ ਲਾਂਗੇ ਤੇ ਆਪਾਂ ਮਿੱਠੀਆਂ ਗੱਲਾਂ ਚਾਰ ਕਰ ਲਾਂਗੇ ਤੁਹਾਡੇ ਨਾਲ। ਆਪਣੇ ਐਜੂਕੇਸ਼ਨ ਇੰਸਟੀਟਿਊਸ਼ਨ ਕਿੰਨੇ ਚੱਲ ਰਹੇ ਹਨ? ਸਾਡੇ ਕੋਲ ਤਿੰਨ ਸਕੂਲ, 2 ਕਾਲਜ ਹੈ, ਉਸ ਤੋਂ ਇਲਾਵਾ ਹੋਰ ਵੀ ਕਿਤੇ ਹੈ ਪਰ ਉਹਦੇ ਤੇ ਹਾਲੇ ਅੱਜ ਆਪਾਂ ਗੱਲ ਨਹੀਂ ਕਰਦੇ। ਅੱਜ ਸਾਡਾ ਵਿਸ਼ਾ ਜਿਹੜਾ ਉਹ ਇਹਦਾ ਆ ਕਿ ਆਪਾਂ ਸੈਟੇਲਾਈਟ ਚੈਨਲ ਦੇ ਉੱਤੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ 63 ਮੁਲਕਾਂ ਦੇ ਵਿੱਚ ਅੱਜ ਤੋਂ ਸ਼ੁਰੂ ਹੋ ਗਿਆ ਗੁਰਦੁਆਰਾ ਨਾਡਾ ਸਾਹਿਬ ਤੋਂ। बस आज अब जैसे यहाँ बैठे हैं पंचकुला में गुरुद्वारा श्री नाडा साहिब में, यहाँ के तमाम जो पुरानी कमेटी के कर्मचारी हैं या फिर जैसे आसपास मार्केट है, क्या सभी को साझा लेकर आगे चलने की जो प्रक्रिया शुरू कर दी है आपने, सबके साथ बातचीत करनी? ਮੁਲਾਜ਼ਮ ਤਾਂ ਨਾਲ ਹੀ ਹੁੰਦੇ ਆ, ਮੁਲਾਜ਼ਮਾਂ ਨੇ ਕਿੱਥੇ? ਮੁਲਾਜ਼ਮ ਤਾਂ ਜਿਨ੍ਹਾਂ ਨੇ ਸਹਿਮਤੀ ਪੱਤਰ ਦੇ ਕੇ ਸਾਡੇ ਨਾਲ ਆਏ ਆ, ਉਹਨਾਂ ਨੂੰ ਪਹਿਲੇ ਮਹੀਨੇ ਦਾ ਸਭ ਤੋਂ ਵੱਡਾ ਸਾਡੇ ਲਈ ਚੈਲੰਜ ਸੀਗਾ ਵੀ ਉਹਨਾਂ ਦੀ ਤਨਖਾਹ ਪੈ ਜੇ। ਉੱਥੋਂ ਲੈ ਕੇ ਇਹਨਾਂ ਦੇ ਇਨਕਰੀਮੈਂਟ ਲਾਉਣੇ, ਇਹਨਾਂ ਦੇ DA ਦੇਣੇ। ਜਿਹੜੀ ਕੋਈ ਇਹਨਾਂ ਦੇ ਮਨ 'ਚ ਸ਼ੰਕਾ ਸੀਗੀ ਕਿ ਵੀ ਸ਼੍ਰੋਮਣੀ ਕਮੇਟੀ ਤੋਂ ਜਦੋਂ ਅਸੀਂ ਹਰਿਆਣਾ ਕਮੇਟੀ ਜਾਵਾਂਗੇ ਕਿਤੇ ਮੁਲਾਜ਼ਮਤ ਦਾ ਸਾਡਾ ਨੁਕਸਾਨ ਨਾ ਹੋਵੇ, ਸਾਡੀ ਸੀਨੀਅਰਟੀ ਦਾ ਨੁਕਸਾਨ ਨਾ ਹੋਵੇ, ਸਾਡੀ ਤਨਖਾਹ ਦੇ ਵਿੱਚ ਕਿਤੇ ਖੇਚਲ ਨਾ ਆਵੇ, ਸਾਡੇ PF ਫੰਡਾਂ 'ਚ ਦਿੱਕਤ ਨਾ ਆਵੇ, ਅਸੀਂ ਹਰ ਕਿਸਮ ਦੇ ਨਾਲ ਆਪਣੇ ਮੁਲਾਜ਼ਮਾਂ ਦੇ ਨਾਲ ਖੜੇ ਹਾਂ, ਗੱਡ ਕੇ ਖੜੇ ਹਾਂ। ਜਿਹੜੀਆਂ ਇਹਨਾਂ ਦੀਆਂ ਜੀ ਜਿਹੜੀ ਇਹਨਾਂ ਦੀ ਲੋੜ ਹੈਗੀ, ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਹੈ, ਅਸੀਂ ਇਹਨਾਂ ਦੇ ਲਈ ਬੈਠੇ ਹਾਂ। ਅਸੀਂ ਇਹਨਾਂ ਦਾ ਜੋ ਵੀ ਵੈਲਫੇਅਰ ਹੈ, ਚਾਹੇ ਇੰਸ਼ੋਰੈਂਸ ਹੈ, ਚਾਹੇ ਬੱਚਿਆਂ ਦੇ ਵਜ਼ੀਫੇ ਨੇ, ਉਹ ਸਾਰੇ ਕੰਮ ਅਸੀਂ ਕਰ ही रहे हैं। सैटेलाइट चैनल शुरू होने के बाद जिम्मेदारी भी बढ़ी है, तो उसमें गुरुद्वारा प्रबंधक कमेटी जो है वो आगे रिक्रूटमेंट्स कर सकती है? भाई जी खालसा जी, मैं ਤੁਹਾਨੂੰ ਦੱਸਾਂ, ਖਾਲਸੇ ਦੀ ਜ਼ਿੰਮੇਵਾਰੀ ਤਾਂ ਜਮਦਾ ਹੀ ਬਹੁਤ ਵੱਡੀ ਹੁੰਦੀ ਹੈ ਤੇ ਜਦੋਂ ਪ੍ਰਬੰਧ ਗੁਰੂ ਘਰ ਦੇ ਮਿਲ ਗਏ, ਇਸ ਤੋਂ ਵੱਡੀ ਜ਼ਿੰਮੇਵਾਰੀ ਸੈਟੇਲਾਈਟ ਚੈਨਲ ਦੇ ਨਾਲ ਜ਼ਿੰਮੇਵਾਰੀ ਵਧਣ ਘਟਣ ਦਾ ਸਵਾਲ ਨਹੀਂ ਹੈ। ਹਾਂਜੀ, ਮਰਿਆਦਾ ਅਸੀਂ ਡਿਫਾਈਨ ਕੀਤੀ ਹੋਈ ਹੈ, ਅਸੀਂ ਇੰਸ਼ੋਰ ਕਰਾਂਗੇ ਕਿ ਮਰਿਆਦਾ ਭੰਗ ਨਾ ਹੋਵੇ ਕਿਸੇ ਤਰੀਕੇ ਨਾਲ। ਇਹ ਸਾਡਾ ਕੰਮ ਹੈ, ਇਹ ਅਸੀਂ ਇੰਸ਼ੋਰ ਕਰਾਂਗੇ। ਅੱਜ ਖੁਸ਼ੀ ਦਾ ਮੌਕਾ, ਅੱਜ ਅਸੀਂ ਮਿਠਾਈ ਵੀ ਮੰਗਾਈ ਹੈ, ਤੁਸੀਂ ਸਾਰੇ ਮਿਠਾਈ ਵੀ ਛਕ ਕੇ ਜਾਇਓ। ਹੋਰ ਮੇਰੇ ਵੀਰ ਭੈਣ ਦਾ ਕਿਸੇ ਦਾ ਕੋਈ ਸਵਾਲ?